एंटरटेनमेंट चैनल देखने वाले सारे दर्शकों को जीत हरजीत वालों प्यार भरी सत श्री अकाल। दोस्तों, गुड़ नूं गरीब की बर्फी कहा जाए तो मेरे ख्याल से कोई अतकथनी नवीं ही होगी, क्योंकि पिछां समय की जे आपां गल करिए हुण तो गुड़ का जिहड़ा वास्ता वो पिंडां नाल ते खास कर गरीब घरां नाल जोड़िया जांदा सी। शहरदारियां विच पक्का मिठा जिहनूं आपां चीनी जां खंड कह लैंदे हो प्रचलित सी। उस तो बाद समा ये आया कि चीनी के असर ने बहुता साडा समाज है जिहड़ा शुगर की लपेट च लिया ते हुण डॉक्टरां वल्लों गुड़ रिकमेंड किया जाता कि तुसीं चीनी छड्ड के गुड़ दे राह पाओ। असल दे विच गुड़ भी हुण बाज़ार दे विच शुद्ध नहीं हैगा। इस विषय के उपर असीं गलबात करन लई बैठे हाँ प्रीत घुलाड़ विखे कहावतां, जो कि संगरूर तो 9 किलोमीटर दूर है। अज स्वागत करते हैं प्रीत जी, तुहाडा स्वागत। बाई जी, कितनी देर तो तुसीं यह काम कर रहे? तकरीबन 10 साल हो गए जी ਆਪਾਂ ਨੂੰ ਕੰਮ ਕਰਦੇ। अच्छा जी। हाँ जी, समर्थन है लोगों का साथ मिल रहा है? बहुत ਵਧੀਆ ਹੰਗਾਰਾ ਮਿਲਿਆ ਜੀ। अच्छा जी। हाँ जी, ਬਾਈ ਜੀ ਕਿਵੇਂ ਤੁਹਾਡੇ ਕੋਈ ਪੁਰਖੇ ਬਣਾਉਂਦੇ ਸੀ ਇਸ ਰਾਹ, ਕਿਵੇਂ ਆਏ ਤੁਸੀਂ? ਨਹੀਂ ਪੁਰਖ ਤਾਂ ਨਹੀਂ ਬਣਾਉਂਦੇ ਸੀ, ਮੇਰੀ ਇਹ ਸੋਚ ਨਹੀਂ ਸੀ ਵੀ ਆਪਾਂ ਅੱਗੇ ਜਾਂਦੇ ਜਦੋਂ ਬਾਅਦ ਦੇਖਦੇ ਵੀ ਘਲਾੜੀ ਦੇ ਗੁੜ ਵਿਕਦਾ ਜੀ। ਅੱਛਾ ਜੀ। ਤੇ ਅਸੀਂ ਲੈਂਦੇ ਵੀ ਸਾਨੂੰ ਵਧੀਆ ਲੱਗਦਾ ਸੀ, ਬਾਜ਼ਾਰ ਵਾਲੇ ਗੁੜ ਨਾਲੋਂ ਫਰਕ ਸੀਗਾ ਜੀ। ਅੱਛਾ ਜੀ। ਮੈਂ ਵੀ ਸੋਚਿਆ ਵੀ ਆਪਾਂ ਵੀ ਸੰਗਰੂਰ ਦੇ ਵਿੱਚ ਕੋਈ ਘਲਾੜੀ ਹੈ ਨਹੀਂ, ਅਸੀਂ ਸ਼ੁਰੂ ਤੋਂ ਸਭ ਤੋਂ ਪਹਿਲਾਂ ਅਸੀਂ ਘਲਾੜੀ ਲਾਈਏ ਜੀ ਰੋਡ ਤੇ। ਅੱਛਾ ਜੀ। ਹਾਂਜੀ ਬਾਈ ਜੀ, ਇਸ ਤੋਂ ਪਹਿਲਾਂ ਕੰਮ ਕੀ ਸੀ ਆਪਣਾ? ਪਹਿਲਾਂ ਖੇਤੀਬਾੜੀ ਦੀ ਕੰਮ ਸੀਗਾ ਜੀ। ਅੱਛਾ ਜੀ। ਹਾਂਜੀ, ਫਿਰ ਇਹ ਰਾਹ ਚੁਣਿਆ ਵੀ ਜਦ ਗੁੜ ਵੇਚਿਆ ਜਾਵੇ। ਹਾਂਜੀ ਵੀ ਆਪਣਾ ਗੰਨਾ ਤਿਆਰ ਕਰੀਏ ਜੀ, ਆਪਣੇ ਗੰਨੇ ਦੀ ਗੁੜ ਬਣਾਈਏ ਅੱਛਾ ਜੀ। ਤੇ ਵੇਚੀਏ ਇੱਥੇ, ਵਧੀਆ ਚਲੋ ਇਨਕਮ ਤਾਂ ਜਿਹੜੀ ਹੋਣੀ ਹੈ। ਅੱਛਾ ਜੀ। ਹਾਂਜੀ ਬਾਈ ਜੀ, ਇੱਥੇ ਆਪ ਤਿਆਰ ਕਰਦੇ ਹੋ ਸਾਰਾ ਕੁਝ ਤੁਸੀਂ? ਹਾਂਜੀ, ਤੇ ਮੈਂ ਖੁਦ ਹੀ ਗੁੜ ਬਣਾਉਣਾ ਜੀ, ਅੱਛਾ ਜੀ। ਜਾਂ ਮੇਰਾ ਬਦਾਦਾ ਉਹ ਗੁੜ ਬਣਾਉਂਦਾਗਾ। ਅੱਛਾ ਜੀ। ਤੇ ਲੇਬਰ ਵਾਲੇ ਮੁੰਡੇ ਹੈਗੇ ਨੇ ਰੱਖੇ 3-4 ਜੀ। ਅੱਛਾ। ਲੇਬਰ ਤੋਂ ਬਿਨਾ ਕੰਮ ਨਹੀਂ ਚੱਲਦਾ। ਚਲੋ ਇੱਕ ਨੇ ਜੂਸ ਕੱਢਣਾ ਜੀ, ਦੂਜੇ ਨੇ ਅੱਗ ਪਾਉਣੀ ਆ, ਅੱਛਾ ਜੀ। ਤੀਜੇ ਨੇ ਹੋਰ ਉਤਲਾ ਸਮਾਨ ਸਾਂਭਣਾ। ਅੱਛਾ ਜੀ। ਜਿਹੜੀ ਗੁੜ ਦੇ ਉੱਤੇ ਬਣਾਵਟਾ ਮੈਲ ਲਾਉਣੀ ਉਹ ਵੀ ਸਾਡਾ ਹੀ ਕੰਮ ਆ ਜੀ, ਗੁੜ ਬਣਾਉਣਾ ਉਹ ਵੀ ਸਾਡੀ ਕੰਮ ਆ ਜੀ। ਬਾਈ ਜੀ, ਕਿੰਨਾ ਸਮਾਂ ਲੱਗ ਜਾਂਦਾ ਗੁੜ ਨੂੰ ਤਿਆਰ ਹੋਣ? ਤਕਰੀਬਨ ਘੰਟਾ ਕੁ ਲੱਗ ਜਾਂਦਾ ਜੀ। ਪਹਿਲੇ ਜਦੋਂ ਅਸੀਂ ਜੂਸ ਨੂੰ ਪਹਿਲਾਂ 2 ਘੰਟੇ ਦਾ ਲੱਗਦਾ ਜੂਸ ਹੀ ਕੱਢਦੇ ਜੀ। ਅੱਛਾ ਜੀ। ਉਸ ਤੋਂ ਬਾਅਦ ਜੂਸ ਦੇ ਵਿੱਚ ਅੱਗ ਪੈ ਜਾਂਦੀ ਹੈ ਹੇਠਾਂ, ਤੇ ਘੰਟਾ ਕੁ ਲੱਗਦਾ ਜੀ। ਘੰਟੇ ਤੋਂ ਬਾਅਦ ਜੂਸ ਤੋਂ ਗੁੜ ਬਣ ਜਾਂਦਾ। ਗੁੜ ਬਣ ਜਾਂਦਾ। ਹਾਂਜੀ। ਕਿੰਨੇ ਗੰਨੇ ਦੇ ਵਿੱਚੋਂ ਕਿੰਨਾ ਜੂਸ ਨਿਕਲਦਾ ਪਹਿਲਾਂ ਤਾਂ ਇਹ ਦੱਸੋ। ਹਾਂਜੀ, 1 ਕੁਆਂਟਲ ਗੰਨੇ ਦੇ ਵਿੱਚੋਂ ਜੀ ਸਾਡਾ 50 ਕੁ ਲੀਟਰ ਜੂਸ ਨਿਕਲਦਾ ਜੂਸ ਹੈ। ਨਿਕਲਦਾ। ਹਾਂਜੀ। ਅੱਛਾ, ਕਿੰਨੇ ਜੂਸ ਦੇ ਵਿੱਚੋਂ ਕਿੰਨਾ ਗੁੜ ਬਣਦਾ ਜੀ? ਉਹਦੇ 1 ਕੁਆਂਟਲ ਦੇ ਵਿੱਚੋਂ 10 ਕੁ ਕਿਲੋ ਦੀ ਔਸਤ ਪੈਂਦੀ ਹੈ ਜੀ। ਅੱਛਾ ਜੀ। ਹਾਂਜੀ ਮਤਲਬ 1 ਕੁਆਂਟਲ ਜੂਸ ਦੇ ਵਿੱਚੋਂ ਹਾਂਜੀ ਕੁਆਂਟਲ 10 ਕਿਲੋ ਹੀ ਗੁੜ ਬਣਿਆ? ਹਾਂ, 10 ਕੁ ਕਿਲੋ ਗੁੜ ਬਣਿਆ ਜੀ। ਕਿੰਨਾ ਰੇਟ ਆਪਣੇ ਜਿਹੜੇ ਹੈਗੇ ਨੇ, ਪ੍ਰਾਈਸ ਕੀ ਹੈ ਗੁੜ ਦਾ, ਰੇਟ ਕੀ ਹੈ? ਜਿਹੜਾ ਸਾਡਾ ਪਲੇਨ ਸੈਂਪਲ ਗੁੜ ਆ ਜੀ ਚਾਹ ਵਾਲਾ, ਹਾਂਜੀ। ਉਹਨੂੰ ਖਾ ਵੀ ਲਓ, ਜੇ ਚਾਹ ਬਣਾ ਲਓ 80 ਕੁ ਰੁਪਏ ਤੋਂ ਸਟਾਰਟ ਹੋ ਜਾਂਦਾ ਜੀ। ਅੱਛਾ ਜੀ। ਤੇ 120 ਰੁਪਏ ਕਿਲੋ ਸੌਂਫ ਜਮੈਨ ਵਾਲਾ ਜੀ। ਅੱਛਾ ਜੀ। ਇੱਕ ਡਰਾਈ ਫਰੂਟ ਵਾਲਾ ਬਣਾਇਆ ਜੀ ਅਸੀਂ ਨੇ, ਕਿਵੇਂ ਅਲਸੀ ਵਗੈਰਾ ਕਾਜੂ ਬਦਾਮ ਉਹ ਚ ਪਾ ਕੇ ਦਿੰਨੇ ਆਗੇ, ਅੱਛਾ। ਉਹ 200 ਰੁਪਏ ਕਿਲੋ ਆ। ਜਿਹੜੀ ਆਪਣੀ ਚਾਹ ਵਾਲੀ ਸ਼ੱਕਰ ਹੈ ਜੀ ਉਹ 90 ਰੁਪਏ ਕਿਲੋ ਹੈ ਜੀ। ਠੀਕ ਹੈ। ਸ਼ੱਕਰ ਦੇ ਵੀ ਕੋਈ ਇੱਕੋ ਹੀ ਤਰ੍ਹਾਂ ਦੀ ਬਣਦੀ ਹੈ, ਸ਼ੱਕਰ ਵੀ ਤੁਸੀਂ ਭਾਂਤ ਦੀ ਬਣਾਉਂਦੇ? ਨਹੀਂ, ਸ਼ੱਕਰ ਤਾਂ ਇੱਕ ਤਰ੍ਹਾਂ ਦੀ 90 ਰੁਪਏ ਕਿਲੋ। ਹਾਂਜੀ, 90 ਰੁਪਏ ਕਿਲੋ ਜੀ। ਦੋਸਤੋ, ਡਰਾਈ ਫਰੂਟ ਜਿਵੇਂ ਆਪਾਂ ਸਮੇਂ ਦੀ ਮੰਗ ਬਾਜ਼ਾਰ ਦੇ ਵਿੱਚ ਗੱਲ ਕਰਦੇ ਹਾਂ, ਬਦਾਮ ਪਾ ਕੇ ਕਾਜੂ ਪਾ ਕੇ ਗੁੜ ਤਿਆਰ ਕੀਤਾ ਜਾਂਦਾ, ਸੌਂਫ ਜਮੈਨ ਪਾ ਕੇ ਗੁੜ ਤਿਆਰ ਕੀਤਾ ਜਾਂਦਾ, ਤੇ ਜਿਹੜਾ ਸਾਦਾ ਗੁੜ ਆਪਣਾ ਹੈਗਾ ਉਹਦਾ ਰੇਟ ਇਹਨਾਂ ਨੇ 80 ਕੁ ਰੁਪਏ ਦੱਸਿਆ। ਬਾਈ ਜੀ, ਜਿਹੜੇ ਬਾਜ਼ਾਰ 'ਚ ਗੁੜ ਨੇ ਉਹ ਬਹੁਤ ਸਸਤੇ ਨੇ, ਹਾਂਜੀ। ਕੀ ਕਾਰਨ ਹੈ? ਉਹਨੂੰ ਤਕਰੀਬਨ ਆਪਾਂ ਗੁੜ ਨਹੀਂ ਕਹਿ ਸਕਦੇ, ਉਹਦਾ ਮਿੱਟੀ ਹੈ ਕਹਾਂਗੇ, ਇੰਨੀ ਸਸਤੀ ਹੈ ਜੀ। ਹਾਂਜੀ, ਉਹਦਾ ਯੂਪੀ ਚੋਂ ਬਣਿਆ ਗੁੜ ਆ ਰਿਹਾ ਜੀ। ਅੱਛਾ ਜੀ। ਤੇ ਖੰਡ ਦੀ ਮਿਲਾਵਟ ਵਾਲਾ ਵਧੀਆ ਖੰਡ ਵੀ ਨਹੀਂ ਹੈਗੀ। ਅੱਛਾ ਜੀ। ਹਾਂਜੀ, ਕੱਚੇ ਗੁੜ ਪਾ ਕੇ ਉਹਨਾਂ ਨੇ ਇੱਥੇ ਭੇਜੀ ਜਾਂਦੇ ਜੀ ਆਪਣੇ। ਚਲੋ ਕੁਛ ਇਹੋ ਕਹਿ ਸਕਦੇ ਜੀ ਆਪਾਂ ਹਾਂਜੀ ਵੀ ਪ੍ਰਾਈਸ ਉਹਦਾ ਬਹੁਤ ਜ਼ਿਆਦਾ ਘੱਟ ਹੈ ਜੀ, ਉਹਦੇ ਕਰਕੇ ਲੋਕੀ ਗੁੜ ਲੈ ਰਹੇ ਨੇ, ਪਰ ਉਹਦਾ ਮਿੱਟੀ ਹੋ ਗਈ ਜੀ। ਬਣਦਾ ਉਹ ਵੀ ਗੰਨੇ ਤੋਂ ਹੈ, ਇਹ ਵੀ ਗੰਨੇ ਤੋਂ ਹੈ। ਹਾਂਜੀ। ਤੁਸੀਂ ਕਿਵੇਂ ਮਤਲਬ ਫਰਕ ਕੀ ਦੇਖਦੇ ਹੋ ਉਹਦੇ ਚ, ਕਿਸ ਤਰੀਕੇ ਨਾਲ ਉਹਦੇ ਚ ਫਰਕ ਕੀ ਰਹੇ? ਹਾਂਜੀ। ਜਾਂ ਤੁਸੀਂ ਲਾਈਏ ਵੀ ਆਪਾਂ ਸ਼ੁੱਧ ਨਾ ਬਣਾਉਣਾ ਹੋਵੇ, ਜ਼ਿਆਦਾ ਬਣਾਉਣਾ ਹੋਵੇ, ਠੀਕ ਹੈ। ਇਹ ਚ ਫਰਕ ਰਹਿੰਦਾ ਜੀ? ਕਿਵੇਂ ਜੀ, ਆਪਣਾ ਚੱਕਵੇਂ ਕੜਾਹੇ ਦਾ ਗੁੜ ਹੈਗਾ। ਅੱਛਾ ਜੀ। ਸਾਨੂੰ ਚੱਕਵੇਂ ਕੜਾਹੇ ਦੀ ਫਿੱਟ ਹੈਗਾ, ਆਪਣਾ ਗੁੜ ਵਧੀਆ ਬਣਦਾ ਜੀ। ਅੱਛਾ ਜੀ। ਉਹਦੇ ਵਿੱਚ ਕੱਚਾ ਜੂਸ ਨਹੀਂ ਪੈਂਦਾ ਜੀ। ਠੀਕ ਹੈ ਜੀ। ਐਂਡ ਦੇ ਜਦੋਂ ਗੁੜ ਬਣ ਜਾਂਦਾ ਉਹ ਡੋਰੇ ਨਾਲ ਤਵੀਆਂ ਦੇ ਵਿੱਚ ਕੱਚਾ ਜੂਸ ਪਾ ਦਿੰਦੇ ਨੇ, ਵਜਨ ਵਧਾ ਦਿੰਦੇ ਨੇ। ਅੱਛਾ ਜੀ। ਤੇ ਅਸੀਂ ਇਦਾਂ ਦਾ ਕੰਮ ਕੋਈ ਵੀ ਨਹੀਂ ਕਰਦਾ, ਅਸੀਂ ਕੜਾਹੇ 'ਚ ਗੁੜ ਬਣਾਉਣਾ। ਜਦੋਂ ਕੜਾਹੇ 'ਚ ਬੱਤ ਲੈ ਗਈ ਜੀ ਖੋਏ ਵਾਂਗੂ, ਹਾਂਜੀ। ਅਸੀਂ ਕੜਾਹੇ ਨੂੰ ਚੱਕ ਕੇ ਲੱਕੜ ਦੇ ਚੱਕ ਲੈ ਆਉਣੇ ਜੀ। ਅੱਛਾ ਜੀ। ਐਂਡ ਤੇ ਸਾਡੇ ਲਈ ਨਿੰਮ ਦਾ ਚੱਕ ਆ ਜੀ ਲੱਕੜ ਦਾ, ਅਸੀਂ ਉਹ 'ਚ ਹੀ ਗੁੜ ਪਾ ਕੇ ਬਣਾਉਣੇ ਆਗੇ। ਅੱਛਾ ਜੀ। ਕੱਚਾ ਜੂਸ ਨਹੀਂ ਪਾਉਂਦੇ ਜੀ। ਨੰਬਰ 2, ਇੱਕ ਖੰਡ ਆਉਂਦੀ ਆ ਰਗਜੈਟ ਖੰਡ, ਜਿਹੜੀ ਆਪਣੀ ਹਰੇਕ ਸਾਲੀ ਘਲਾੜੀ ਨੂੰ ਫੜੀ ਜਾਂਦੀ ਹੈ ਜੀ। ਅੱਛਾ ਜੀ। ਉਹ ਕਿਵੇਂ 2 ਪੀਪੇ ਜੂਸ ਦੇ ਪਾ ਕੇ 40 ਲੀਟਰ ਜੂਸ ਆ, ਉਹਦੇ ਵਿੱਚ 20 ਕਿਲੋ ਖੰਡ ਪਾ ਦਿੰਦੇ ਆ। ਠੀਕ ਹੈ ਜੀ। ਤੇ 25 ਰੁਪਏ ਕਿਲੋ ਲਾ ਲਓ, ਜੋ ਗੁੜ ਤਿਆਰ ਹੋ ਜਾਂਦਾ। ਉਹ ਫਿਰ ਬਾਜ਼ਾਰ ਦੇ ਵਿੱਚ ਆਪਣੇ 35 ਤੋਂ 30 ਤੱਕ ਗੁੜ ਵਿਕਦਾ ਜੀ। ਅੱਛਾ ਜੀ। ਹਾਂਜੀ ਭਾਜੀ, ਜਿਹੜੀ ਉਹ ਰਿਗਜ਼ੈਕਟ ਖੰਡ ਦੀ ਤੁਸੀਂ ਗੱਲ ਕਰ ਰਹੇ ਹੋ, ਹਾਂਜੀ, ਉਹ ਤੁਸੀਂ ਵਰਤਦੇ ਨਹੀਂ ਹੈਗੇ? ਹਾਂਜੀ। ਜਿਹੜੇ ਆਮ ਜਿਹੜੇ ਘਲਾੜ ਜੇ ਤੁਸੀਂ ਗੱਲ ਦੱਸਦੇ ਹੋ, ਜਾਂ ਜਿਹੜੇ ਸਸਤੇ ਗੁੜ ਆਉਂਦੇ ਨੇ, ਹਾਂਜੀ। ਵਰਤਦੇ ਕਿੰਨੀ ਕੁ ਨੁਕਸਾਨਦਾਇਕ ਹੈ? ਉਹ ਤਾਂ ਜੀ ਨੁਕਸਾਨ ਤਾਂ ਉਹਦੇ ਨਾਲ ਤਾਂ ਤੁਸੀਂ ਜੇ ਖੰਡ ਖਾਓਗੇ ਤੇ ਉਹ ਜ਼ਿਆਦਾ ਫਾਇਦੇਮੰਦ ਰਹੂ ਜੀ। ਅੱਛਾ ਜੀ। ਹਾਂਜੀ, ਜੇ ਉਹ
ਗੁੜ ਖਾਓਗੇ ਬਾਜ਼ਾਰ ਵਾਲਾ, ਉਹਦਾ ਬਹੁਤ ਹਾਨੀਕਾਰਕ ਗੁੜ ਹੋ ਗਿਆ ਜੀ, ਮਿੱਟੀ ਹੋ ਗਿਆ ਜੀ। ਬਾਈ ਜੀ ਸ਼ੁੱਧਤਾ ਕਿਵੇਂ ਪਰਖੀ, ਜੇ ਆਪਾਂ ਦਰਸ਼ਕਾਂ ਦੀ ਗੱਲ ਕਰੀਏ ਜਾਂ ਆਮ, ਜਿਵੇਂ ਹੁਣ ਮੈਂ ਤੁਹਾਡੇ ਕੋਲ ਬੈਠਾ, ਹਾਂਜੀ। ਮੇਰਾ ਇਸ ਤੁਹਾਡੇ ਕੰਮ ਨਾਲ ਧੰਦੇ ਨਾਲ ਵਾਸਤਾ ਨਹੀਂ ਹੈਗਾ, ਅਸੀਂ ਕਿਵੇਂ ਪਰਖ ਸਕਦੇ ਹਾਂ? ਤੁਸੀਂ ਤਾਂ ਇਸ ਤਰ੍ਹਾਂ ਪਰਖ ਸਕਦੇ ਹੋ, ਇੱਕ ਤਾਂ ਤੁਸੀਂ ਸਭ ਤੋਂ ਪਹਿਲਾਂ ਘਲਾੜੀ ਦੇਖੋ ਵੀ ਉਹਦੇ ਕਹੇ ਜੇ ਭਾਂਡੇ ਨੇ ਜੀ। ਅੱਛਾ, ਜੇ ਤੁਸੀਂ ਘਲਾੜ ਤੋਂ ਲੈ ਰਹੇ ਹੋ? ਹਾਂਜੀ, ਜੇ ਘਲਾੜ ਤੋਂ ਲੈ ਰਹੇ ਹੋ ਉਹਦੇ ਦੇਖੋ ਜੀ ਤੁਸੀਂ ਵੀ ਉਹਦੇ ਭਾਂਡੇ ਕਹੇ ਜੇ, ਤਾਂ ਤਵੀਆਂ ਤੇ ਬਣਦਾ ਜੀ। ਹਾਂਜੀ, ਉਹਦੇ ਵਿੱਚ ਉਹਨਾਂ ਨੂੰ ਕੱਚਾ ਜੂਸ ਐਂਡ ਤੇ ਪਾਉਣਾ ਜੀ ਉਹਨਾਂ ਨੇ, ਵਜਨ ਵਧਾਉਣ ਦੇ ਮਾਰੇ ਨੇ ਜੀ। ਹਾਂਜੀ, ਕੋਈ ਹੈ ਚਲੋ ਇੱਕ ਨਦਾ ਸੱਜਣ ਜਿਹੜਾ ਵਧੀਆ ਗੁੜ ਵੇਚ ਰਿਹਾ ਜੀ। ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਜਿਹੜਾ ਜੂਸ ਹੈ ਇਹ ਵੀ ਘਲਾੜ ਵੀ ਦੋ ਤਰੀਕੇ ਦੇ ਹੈਗੇ ਨੇ। ਇੱਕ ਤਾਂ ਚੱਕਵੇਂ ਕੜਾਹੇ ਦਾ, ਜਿਵੇਂ ਬਾਈ ਸਾਹਿਬ ਹੋਰੀ ਸਾਨੂੰ ਦੱਸ ਰਹੇ ਨੇ ਕਿ ਇਸ ਤਰੀਕੇ ਨਾਲ ਬਣਦਾ, ਇਹ ਦੇਖੋ ਇਹਨਾਂ ਨੇ ਪ੍ਰੋਸੈਸ ਲਾਏ ਹੋਏ ਨੇ। ਇੱਕ ਕੜਾਹੇ ਨੇ, ਤੋਂ ਉਸ ਤੋਂ ਇਲਾਵਾ ਇਹ ਚੱਕ ਹੈ, ਉਹਦੇ ਵਿੱਚ ਉੱਪਰ ਇਹ ਜਿਹੜਾ ਪਾ ਕੇ ਗੁੜ ਬਣਾਉਂਦੇ ਨੇ। ਪਹਿਲਾਂ ਇੱਥੋਂ ਬਣਦਾ, ਫਿਰ ਚੱਕਵੇਂ ਕੜਾਹੇ ਦੇ ਵਿੱਚ ਸਾਰਾ ਗੁੜ ਖੋਏ ਦੀ ਤਰ੍ਹਾਂ ਕੱਢ ਕੇ ਇਸ ਕੜਾਹੇ ਦੇ ਵਿੱਚੋਂ ਇੱਧਰ ਜਿਹੜਾ ਹੈਗਾ ਉਹ ਬਣਾ ਕੇ ਕੱਟ ਕੇ ਗੁੜ ਤਿਆਰ ਹੁੰਦਾ। ਇੱਕ ਤਵੀਆਂ ਵਾਲੀਆਂ ਜਿਹੜਾ ਤੁਸੀਂ ਦੱਸ ਰਹੇ ਸੀਗੇ ਬਾਈ ਜੀ, ਇੱਕ ਤਵੀਆਂ ਵਾਲਾ ਕੀ ਪ੍ਰੋਸੈਸ ਹੈ? ਜਿਹੜਾ ਤਵੀਆਂ ਤੇ ਗੁੜ ਬਣਦੇ ਉਹ ਯੂਪੀ ਵਾਲੇ ਬਣਾਉਂਦੇ ਜੀ, ਆਪਣਾ ਪੰਜਾਬੀ ਬੰਦਾ ਉਹਤੇ ਗੁੜ ਨਹੀਂ ਬਣਾਉਂਦਾ ਹੈਗਾ ਜੀ। ਕਿਉਂ ਪੰਜਾਬੀਆਂ ਦੇ ਘਲਾੜ ਲਾਏ ਹੋਏ ਨੇ, ਉਹਨਾਂ ਨੂੰ ਯੂਪੀ ਵਾਲੀ ਲੇਬਰ ਹੀ ਲਿਆਉਂਦੇ ਨੇ, ਆਪ ਉਹ ਮੁੰਡੇ ਨਹੀਂ ਕੰਮ ਕਰਦੇ ਹੈਗੇ ਜੀ, ਤੇ ਤਾਂ ਹੀ ਉਹਨਾਂ ਨੂੰ ਚੰਗਾ ਹੰਗਾਰਾ ਨਹੀਂ ਮਿਲਦਾ ਹੈਗਾ ਜੀ। ਹਾਂਜੀ, ਉਹ ਤਵੀਆਂ ਤੇ ਜਦੋਂ ਯੂਪੀ ਵਾਲੇ ਗੁੜ ਬਣਾਉਂਦੇ ਆ ਜੀ, ਜਾਂ ਤਾਂ ਐਂਡ ਤੇ ਗੁੜ ਦੇ ਵਿੱਚ ਲਾਟ ਪੈ ਜਾਂਦੀ ਹੈ ਜੀ, ਜੋ ਥੋੜਾ ਰਹਿ ਜਾਂਦਾ ਗਾ, ਨਹੀਂ ਫਿਰ ਉਹਨਾਂ ਨੂੰ ਕੱਚਾ ਜੂਸ ਪਾਉਣਾ ਪੈਂਦਾ ਫਟਾਫਟ ਜੀ। ਅੱਛਾ, ਤੇ ਵਜਨ ਵਧਾਉਂਦੇ ਜੀ, ਕਿਵੇਂ 30 ਕਿਲੋ ਦੀ ਚਾਣੀ ਉਹਦੇ ਵਿੱਚ 10 ਕਿਲੋ ਜੂਸ ਪਾਤਾ ਜੀ ਕੱਚਾ, 40 ਕਿਲੋ ਬਣ ਗਿਆ ਜੀ। ਅੱਛਾ ਜੀ, ਹਾਂਜੀ, ਉਹਨਾਂ ਦੇ ਰੇਟ ਘੱਟ ਨੇ ਜੀ। ਉਹ ਯਾਨੀ ਕਿ ਬਾਲਣ ਵੀ ਬਚ ਗਿਆ, ਬਾਲਣ ਵੀ ਬਚ ਗਿਆ ਜੀ, ਗੁੜ ਵੀ 10 ਕਿਲੋ ਵੱਧ ਗਿਆ ਜੀ ਐਂਡ ਤੇ। ਹਾਂਜੀ, ਰੇਟ ਵੀ ਵੱਧ ਗਿਆ। ਭਾਜੀ ਆਪਣਾ ਪਿੰਡ ਕਿਹੜਾ ਹੈ? ਸਾਡਾ ਪਿੰਡ ਘਾਬਦਾ ਜੀ। ਅੱਛਾ, ਇੱਥੇ ਲੋਕਲ? ਹਾਂਜੀ, ਲੋਕਲੀ ਸਾਡਾ ਪਿੰਡ ਆ ਘਾਬਦਾ, ਤੇ ਸੰਗਰੂਰ ਤੋਂ 10 ਕਿਲੋਮੀਟਰ ਅੱਗੇ ਜੀ। ਭਾਜੀ ਇਸ ਰਾਹ ਪੈਣ ਬਾਰੇ ਕਿਵੇਂ ਸੋਚਿਆ? ਰਾਹ ਤਾਂ ਜੀ ਪਹਿਲਾਂ ਖੇਤੀ ਦਾ ਧੰਦਾ ਜੀ ਜਿਹੜਾ ਇੰਨਾ ਵਧੀਆ ਨਹੀਂ ਹੈਗਾ ਜੀ, ਚਲੋ ਵਧੀਆ ਤਾਂ ਹੁਣ ਕਹਿ ਸਕਦਾ ਵਧੀਆ ਵੀ ਹੋ ਗਿਆ। ਹਾਂਜੀ, ਤੇ ਇਹਦੇ ਵਿੱਚ ਗੁਜ਼ਾਰਾ ਇੰਨਾ ਰਹਿ ਨਹੀਂ ਕਿਸਾਨਾਂ ਦਾ ਜੀ, ਖੁਦਕੁਸ਼ੀਆਂ ਕਰਦੇ ਨੇ ਸਾਨੂੰ। ਇਹ ਅਸੀਂ ਨੇ ਸੋਚਿਆ ਵੀ ਚਲੋ ਕੋਈ ਬਦਲ ਦਿੱਤਾ ਜਾਵੇ ਜੀ। ਫਿਰ ਅਸੀਂ ਨੇ ਸੋਚਿਆ ਵੀ ਘਲਾੜੀ ਲਾਈਏ, ਘਲਾੜੀ ਦਾ ਹੰਗਾਰਾ ਸਾਨੂੰ ਬਹੁਤ ਵਧੀਆ ਮਿਲਿਆ। 1 ਕਿੱਲੇ ਤੋਂ ਸਟਾਰਟ ਕੀਤਾ ਜੀ ਅਸੀਂ ਗੰਨਾ। ਅੱਛਾ ਜੀ, ਤਕਰੀਬਨ ਅੱਜ ਸਾਡੇ ਲਵੇ 20 ਕਿੱਲੇ ਗੰਨਾ ਜੀ। ਕੀ ਬਾਤ। ਹਾਂਜੀ, 20 ਕਿੱਲੇ ਦੇ ਅਸੀਂ 15 ਕਿੱਲਿਆਂ ਦਾ ਗੁੜ ਬਣਾ ਕੇ ਇੱਥੇ ਵੇਚਦੇ ਹਾਂ ਜੀ। ਅੱਛਾ ਜੀ, ਬਾਕੀ ਫਿਰ 5 ਕਿੱਲੇ? 5 ਕਿੱਲੇ ਜੀ, ਹਾਂਜੀ, ਜੂਸ ਵਗੈਰਾ ਜਿਹੜਾ ਛੋਟੀਆਂ ਘਲਾੜੀਆਂ ਸੀ ਉਹਨਾਂ ਨੂੰ ਦਿੰਦੇ ਆ ਜੀ। 119 ਨੰਬਰ ਗੰਨਾ ਸਾਡੇ ਅੱਛਾ ਕੋਲ। ਹਾਂਜੀ ਭਾਈ ਜੀ, ਗੰਨੇ ਦੀਆਂ ਵੀ ਅੱਗੇ ਕਿਸਮਾਂ ਨੇ ਜੀ? ਹਾਂਜੀ, ਗੰਨੇ ਦੀਆਂ ਕਿਸਮਾਂ ਹੈਗੀਆਂ ਜੀ। ਜਿਵੇਂ ਗੁੜ ਦੀ ਕੁਆਲਿਟੀ ਲਈ 099 ਗੰਨੇ ਜ਼ਿਆਦਾ ਵਧੀਆ ਜੀ। ਸ਼ੁਰੂ ਜੋ ਆਪਾਂ ਦੁਸਹਿਰੇ ਵਕਤ ਅਸੀਂ ਘਲਾੜ ਚਲਾਉਂਦੇ 099 ਗੰਨੇ ਅਸੀਂ ਵਰਤਦੇ ਹਾਂ ਜੀ। ਅੱਛਾ ਭਾਈ ਜੀ, ਕਿੰਨੀ ਦੇਰ ਚੱਲਦਾ ਤੁਹਾਡਾ ਇਹ ਜਿਹੜਾ ਘਲਾੜ ਹੈਗਾ? ਆਪਾਂ ਗੁੜ ਬਣਾਉਣ ਦੀ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਹੁਣ ਮਾਰਚ ਤੇ ਸਾਡਾ ਇਹ ਖਤਮ ਹੋ ਜਾਊਗਾ। ਹਾਂਜੀ, 5 ਮਹੀਨੇ ਸਾਡਾ ਕੰਮ ਹੁੰਦਾ ਜੀ ਇਹਦਾ। ਅੱਛਾ ਜੀ, ਹਾਂਜੀ, ਮਾਰਚ ਦੇ ਲਗਭਗ ਅਸੀਂ ਬੰਦ ਕਰ ਦਾਂਗੇ। ਗੰਨੇ ਦੀ ਫਸਲ ਦੇ ਨਾਲ ਹੀ ਕੰਮ ਹੈ? ਹਾਂ, ਗੰਨੇ ਦੀ ਫਸਲ ਦੇ ਨਾਲ ਹੀ ਕੰਮ ਹੈ। ਜੋ ਸਾਡਾ ਗੰਨਾ ਖਤਮ ਹੋ ਗਿਆ ਫਿਰ ਗੁੜ ਨਹੀਂ ਮਿਲਦਾ ਜੀ, ਖਤਮ ਆ ਕੰਮ ਉਦੋਂ। ਅੱਛਾ ਜੀ, ਅਸੀਂ ਮੁੱਲ ਗੰਨਾ ਨਹੀਂ ਲੈਂਦੇ ਹੈਗੇ ਜੀ ਕਿਸੇ ਤੋਂ। ਤੁਸੀਂ ਆਪਦਾ ਹੀ ਗੰਨਾ ਜਿਹੜੀ? ਹਾਂਜੀ, ਕਿੰਨਾ ਕੁ ਅਸੀਂ ਗੰਨਾ ਬੀਜਿਆ ਜੀ ਉਹਦਾ ਗੁੜ ਬਣਾ ਕੇ ਵੇਚਦੇ ਹਾਂ, ਮੁੱਲ ਨਹੀਂ ਗੰਨਾ ਅਸੀਂ ਲੈਂਦੇ। ਅੱਛਾ, ਇਹ ਗੁੜ ਤੁਸੀਂ ਬਾਹਰ ਸਪਲਾਈ ਵੀ ਕਰਦੇ ਹੋ ਇੱਥੋਂ ਬਣਾ ਕੇ, ਜਾਂ ਇੱਥੇ ਹੀ ਵੇਚਦੇ ਹੋ? ਸਪਲਾਈ ਦੀ ਕਿੱਥੋਂ ਤੱਕ ਗੱਲ ਆਈ, ਸਾਨੂੰ ਲੋੜ ਨਹੀਂ ਪੈਂਦੀ। ਅੱਛਾ ਜੀ, ਸਾਡਾ ਗੁੜ ਇੱਥੇ ਨਹੀਂ ਕਾਊਂਟਰ ਤੇ ਪੂਰਾ ਹੁੰਦਾ ਜੀ। ਅਸੀਂ ਕਿੰਨਾ ਵੀ ਗੁੜ ਬਣਾਉਂਦੇ ਹਾਂ ਸ਼ਾਮ ਨੂੰ ਸਾਡਾ ਖਤਮ ਹੋ ਜਾਂਦਾ ਜੀ। ਅੱਛਾ, ਕਿੰਨੀ ਯਾਨੀ ਕਿ ਮਾਤਰਾ ਤੁਹਾਡਾ ਗੁੜ ਵਿਕਦਾ ਇੱਥੇ ਇੱਕ ਦਿਨ ਦੀ ਆਪਾਂ ਗੱਲ ਕਰੀਏ? ਇੱਕ ਦਿਨ ਦੀ ਆਪਾਂ ਗੱਲ ਕਰੀਏ 3 ਕੁਆਂਟਲ ਦੀ ਸਾਡੀ ਗਾਹਕੀ ਹੈਗੀ। ਹਾਂਜੀ, 3 ਕੁਆਂਟਲ ਦਾ ਸਾਡਾ ਇੱਥੇ ਕਾਊਂਟਰ ਤੇ ਵਿਕਣੀ ਵਿਕਣਾ ਹੀ ਨਹੀਂ। ਅੱਛਾ ਜੀ, ਹਾਂਜੀ, ਉਸ ਤੋਂ ਬਾਅਦ ਜਦੋਂ ਘਲਾੜੀ ਖੜ ਗਈ ਜੀ, ਕੋਈ ਪ੍ਰੋਬਲਮ ਆ ਗਈ, ਮੀਂਹ ਪੈ ਗਿਆ ਜਾਂ ਕੋਈ ਬਾਲਣ ਨੂੰ ਘਟ ਗਿਆ, ਉਹਦੇ ਫਿਰ ਗਾਹਕ ਮੁੜ ਕੇ ਜਾਂਦੇ ਨੇ। ਅੱਛਾ, 3 ਕੁਆਂਟਲ ਯਾਨੀ ਕਿ 300 ਕਿਲੋ ਗੁੜ ਜਿਹੜਾ ਹੈਗਾ ਇਹ ਪ੍ਰੀਤ ਘਲਾੜ ਡੇਲੀ ਵੇਚਦਾ। ਐਵਰੇਜ ਦੀ ਆਪਾਂ ਕਰੀਏ ਹਰ ਰੋਜ਼ 300 ਕਿਲੋ ਗੁੜ। ਇਹ ਤੁਸੀਂ ਪਰਖ ਸਕਦੇ ਹੋ ਵੀ ਸ਼ੁੱਧਤਾ ਕਿਸ ਹੱਦ ਤੱਕ ਹੋਏਗੀ। ਇਸ ਹੱਦ ਤੱਕ ਇਹਨਾਂ ਨਾਲ 10 ਸਾਲ ਤੋਂ ਗਾਹਕ ਜੁੜਿਆ ਹੋਇਆ ਹੈ। 300 ਕਿਲੋ ਗੁੜ ਬਹੁਤ ਵੱਡੀ ਜਿਹੜੀ ਗਿਣਤੀ ਹੈਗੀ ਆਪਾਂ ਲਾਈਏ। ਬਾਈ ਜੀ, 1 ਲੱਖ ਰੁਪਇਆ ਇਨਾਮ ਜੇ ਸਾਡੀ ਸ਼ੁੱਧਤਾ ਦੇ ਸਵਾਲ ਹੋਊਗਾ, ਇਹ ਰਾਜ਼? ਇਹ ਤਾਂ ਜੀ ਅਸੀਂ ਸ਼ੁੱਧਤਾ ਕਰਕੇ 1 ਲੱਖ ਰੁਪਇਆ ਲਿਖਿਆ ਵੀ ਲੋਕਾਂ ਨੂੰ ਪਤਾ ਲੱਗੇ ਜੀ ਵੀ ਇਹ ਸ਼ੁੱਧਤਾ ਜੇ ਸੱਚੇ ਆ। ਹਾਂ, ਗੱਜ 'ਚ ਅਸੀਂ 10 ਵੀ ਲੱਖ ਲਿਖਦੇ, 1 ਲੱਖ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਜੀ। 10 ਵੀ ਲਿਖਦੇ ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਵੀ ਸਾਨੂੰ ਦੇਣਾ ਪੈਣਾ ਜੀ। ਸਾਡੀ ਜਾਂ ਸ਼ੁੱਧਤਾ ਗਈ ਸਾਡੇ ਲਈ ਆ ਜੀ 10 ਲੱਖ ਵੀ। ਹਾਂਜੀ, ਇਹ ਦੋਸਤੋ ਬਹੁਤ ਵੱਡੀ ਗੱਲ ਇਹਨਾਂ ਨੇ ਕੀਤੀ। ਤੁਸੀਂ ਪੜੋਗੇ ਰੋਡ ਦੇ ਉੱਪਰ, ਜਦੋਂ ਆਪਾਂ ਪਟਿਆਲੇ ਰੋਡ ਤੇ ਸੰਗਰੂਰ ਰੋਡ ਤੋਂ ਜਾਂਦੇ ਆ, ਉਹ ਰੋਡ ਦੇ ਉੱਪਰ ਹੀ ਇਹਨਾਂ ਦਾ ਘੁਲਾੜ ਹੈ, ਨੇੜੇ ਭਾਈ ਗੁਰਦਾਸ ਕਾਲਜ ਹੈ। ਤੇ ਇਹਨਾਂ ਨੇ ਲਿਖਿਆ ਹੋਇਆ ਕਿ ਜੇ ਤੁਸੀਂ ਸਾਡੀ ਸ਼ੁੱਧਤਾ ਪਰਖਣੀ ਹੈ, ਉਹਦੇ ਵਿੱਚ ਕੋਈ ਵੀ ਕੁਤਾਹੀ ਨਜ਼ਰ ਆਉਂਦੀ ਤਾਂ ਅਸੀਂ ਤੁਹਾਨੂੰ 1 ਲੱਖ ਰੁਪਇਆ ਇਨਾਮ ਦੇਵਾਂਗੇ। ਕਿਸ ਹੱਦ ਤੱਕ ਇਹਨਾਂ ਦੀ ਸ਼ੁੱਧਤਾ ਹੋਏਗੀ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਕਿਸੇ ਵੀ ਘਲਾੜੀ ਵਾਲੇ ਦਾ 100 ਰੁਪਇਆ ਨਹੀਂ ਲਿਖਿਆ ਹੋਇਆ ਜੀ ਵੀ ਸਾਡੀ ਸ਼ੁੱਧਤਾ ਹੈਗੀ, ਅਸੀਂ 100 ਰੁਪਇਆ ਇਨਾਮ ਦੇਵਾਂਗੇ ਜੀ। ਜਿਹੜੀਆਂ ਘਲਾੜੀਆਂ ਨੇ ਆਪਾਂ ਗੱਲ, ਜਿਹੜਾ ਤਾਂ ਬਾਹਰੋਂ ਤੁਸੀਂ ਦੱਸ ਰਹੇ ਵੀ ਦੁਕਾਨਾਂ ਦੇ ਵਿੱਚ, ਬਾਜ਼ਾਰ ਦੇ ਵਿੱਚ ਗੁੜ ਵਿਕਦਾ, ਉਹ ਤਾਂ ਉਹਦੇ ਵਿੱਚ ਤਾਂ ਆਪਾਂ ਤੁਸੀਂ ਦੱਸੀ ਤਾਂ ਕਿਸ ਤਰੀਕੇ ਨਾਲ ਮਿਲਾਵਟ ਹੁੰਦੀ ਹੈ। ਹਾਂਜੀ, ਜਿਹੜੇ ਘੁਲਾੜ ਲੱਗੇ ਹੋਏ ਨੇ ਆਪਣੇ ਪਿੰਡਾਂ ਸ਼ਹਿਰਾਂ 'ਚ, ਉੱਥੇ ਵੀ ਦਿੱਕਤ ਹੈ, ਉਹ ਵੀ ਗੁੜ ਇਸ ਤਰੀਕੇ ਦਾ ਬਣਾ ਕੇ ਵੇਚਦੇ? ਹਾਂਜੀ ਬਾਈ, ਇਹ ਸਾਰੇ ਘਲਾੜਾਂ ਵਾਲੇ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਸਭ ਦੀ ਗੁੜ ਮਾੜਾ ਗਾ ਵੀ ਸਾਡੇ ਹੀ ਚੰਗਾ ਗਾ। ਅੱਛਾ ਜੀ, ਤੇ ਕਈ ਹੱਦ ਤੱਕ ਗੁੜ ਵਧੀਆ ਵੀ ਨੇ ਜੀ। ਅੱਛਾ ਜੀ, ਤੇ ਉਹ ਦੇਖਣ ਤੱਕ ਇੱਥੇ ਹੀ ਗੱਲ ਆਈ ਹੈ ਜੀ, ਕਿਵੇਂ ਉਹਨਾਂ ਨੇ ਘਲਾੜ ਲਾਤੇ, ਸਾਡੇ ਪੰਜਾਬੀਆਂ ਨੇ ਘਲਾੜ ਲਾਏ ਨੇ ਜੀ। ਅੱਛਾ ਜੀ, ਤੇ ਉਹਨਾਂ ਨੇ ਯੂਪੀ ਵਾਲੀ ਲੇਬਰ ਲਿਆਂਦੀ ਆ। ਅੱਛਾ ਜੀ,
ਉਹ ਤਾਂ ਖੜ ਕੇ ਦੇਖਦੇ ਵੀ ਨਹੀਂ ਹੈਗੇ ਜੀ ਸਾਡੇ ਪੰਜਾਬੀ ਕਿਵੇਂ ਗੁੜ ਬਣਾਉਂਦੇ ਨੇ ਕਿਵੇਂ ਨਾ, ਉਹੀ ਗੁੜ ਉਹੀ ਕਿਵੇਂ ਯੂਪੀ 'ਚ ਗੁੜ ਬਣਦਾ ਉਹੀ ਤਕਨੀਕ ਨਾਲ ਗੁੜ ਬਣਾ ਕੇ ਇੱਥੇ ਵੀ ਉਹੀ ਵੇਚ। ਹਾਂਜੀ ਉਹਨਾਂ ਨੇ ਕੰਮ ਆਪ ਤਿਆਰ ਕਰਦੇ? ਹਾਂਜੀ ਅਸੀਂ ਖੁਦ ਗੁੜ ਆਪ ਹੀ ਬਣਾਉਣੇ ਆ ਜੀ। ਠੀਕ ਹੈ ਜੀ। ਤੇ ਜਿਹੜੇ ਉਹ ਹੋਣੇਗੇ ਉਹ ਤਾਂ ਫਿਰ ਦੇਖਦੇ ਵੀ ਨਹੀਂ ਆਪਣੇ ਵੀ ਕਿਵੇਂ ਗੁੜ ਬਣਦਾ ਕੀ ਗੱਲਬਾਤ ਹੈ ਜੀ, ਉਹੀ ਉਹਨਾਂ ਨੇ ਮਸਾਲੇ ਕੈਮੀਕਲ ਕਿਵੇਂ ਯੂਪੀ 'ਚੋਂ ਸਿੱਖ ਕੇ ਆਏ ਨੇ ਜੀ ਕੰਮ, ਉਹੀ ਇੱਥੇ ਉਹਨਾਂ ਨੇ ਧੰਦਾ ਸ਼ੁਰੂ ਕਰਤਾ। ਰੰਗ ਦਾ ਫਰਕ ਹੁੰਦਾ, ਜਿਵੇਂ ਤੁਸੀਂ ਜਿਹੜਾ ਗੁੜ ਵੇਚਦੇ ਹੋ ਮੈਨੂੰ ਐ ਲੱਗਦਾ ਵੀ ਉਹ ਕਾਲਾ ਜਿਹਾ ਹੁੰਦਾ ਹੈ। ਹਾਂਜੀ ਕਾਲਾ ਹੁੰਦਾ ਜੀ। ਬਾਜ਼ਾਰ ਵਾਲਾ ਬੜੇ ਸੋਹਣੇ ਸੋਹਣੇ ਰੰਗ ਦੇ, ਉਹ ਰੰਗ ਪਾਉਣਾ ਪੈਂਦਾ ਜਾਂ ਇਹਨੂੰ ਵੀ ਤੁਸੀਂ ਪਕਾ ਕੇ ਲਾਲ ਕਰ ਸਕਦੇ? ਜਿਹੜੇ ਜੀ ਆਮ ਘਲਾੜ ਨੇ ਉਹਦਾ ਰੰਗ ਪਾਉਂਦੇ ਆ ਜੀ। ਠੀਕ ਹੈ ਜੀ। ਤੇ ਰੰਗ ਵੀ ਕੋਈ ਵਧੀਆ ਨਹੀਂ ਹੁੰਦਾ, ਬਹੁਤ ਹਾਨੀਕਾਰਕ ਰੰਗ ਨੇ ਜੀ, ਸਸਤੇ ਰੰਗ ਨੇ ਜਿਹੜੇ ਗੁੜ ਦੇ ਵਿੱਚ ਪੈਂਦੇ ਨੇ। ਅਸੀਂ ਰੰਗ ਨਹੀਂ ਕਿਸੇ ਵੀ ਗੁੜ 'ਚ ਪਾਉਂਦੇ, ਨਾ ਸਾਡਾ ਸ਼ੱਕਰ 'ਚ ਰੰਗ ਆ ਨਾ ਗੁੜ 'ਚ ਰੰਗ। ਜੋ ਰੰਗ ਆ ਗਿਆ ਉਹੀ ਰੰਗ। ਜੋ ਰੰਗ ਆ ਗਿਆ ਸਾਡੇ ਕਿਵੇਂ 10 ਚਾਣੀਆਂ ਲੈ ਗਏ 10 ਦਾ ਵੀ ਵੱਖਰਾ ਵੱਖਰਾ ਹੀ ਰੰਗ ਹੋਊ, ਕਿਵੇਂ ਉਹਨੂੰ ਸੇਕ ਕਿਸੇ ਨੂੰ ਵੱਧ ਲੱਗ ਗਿਆ ਘੱਟ ਲੱਗ ਗਿਆ। ਅੱਛਾ ਜੀ। ਸਾਡੇ ਗੁੜ ਦੀ ਜੇ ਤੁਸੀਂ ਕਾਲੇ ਦੀ ਵੀ ਚਾਹ ਬਣਾਓਗੇ ਚਿੱਟੀ ਇਹ ਬਣਨੀ, ਦੁੱਧ ਵੀ ਘੱਟ ਪੈਣਾ ਜੀ। ਇੱਕ ਬਾਈ ਜੀ ਮੇਰਾ ਨਿੱਜੀ ਸਵਾਲ ਇਹ ਸੀਗਾ ਹਾਂਜੀ ਵੀ ਜਦੋਂ ਗੁੜ ਤੁਸੀਂ ਦੱਸ ਰਹੇ ਵੀ ਖੋਏ ਵਾਂਗ ਆਪਾਂ ਕੱਢ ਲਿਆ, ਉਹ ਤਾਂ ਗੁੜ ਆਪਾਂ ਨੂੰ ਪਤਾ ਪੇੜੇ ਵੱਟ ਕੇ ਗੁੜ ਬਣ ਗਿਆ। ਹਾਂਜੀ। ਇਹਨੂੰ ਸ਼ੱਕਰ ਬਣਾਉਣ ਲਈ ਕੀ ਕਰਨਾ ਪੈਂਦਾ? ਸ਼ੱਕਰ ਲਈ ਸਾਡੇ ਮਿੱਠਾ ਸੋਢੀ, ਅਸੀਂ ਮਿੱਠੇ ਸੋਢੇ ਨਾਲ ਹੀ ਸਫਾਈ ਵਰਤਦੇ ਲਾਉਣੇ ਆਗੇ, ਸਫਾਈ ਕਰ ਦਿਆਂਗੇ ਤੇ ਐਂਡ ਤੇ ਵੀ ਮਿੱਠਾ ਸੋਢੀ ਪਊ ਜੋ ਸ਼ੱਕਰ ਬਣੂਗੀ। ਸ਼ੱਕਰ ਦੀ ਜਿਹੜੀ ਚਾਸ ਹੈਗੀ ਉਹ ਥੋੜੀ ਜ਼ਿਆਦਾ ਉਹਨੂੰ ਸੇਕ ਲਵਾਉਣਾ ਪੈਂਦਾ ਜੀ, ਚਾੜਨੀ ਪੈਂਦੀ ਆ। ਜੇ ਗੰਨੇ ਦੀ ਕੁਆਲਿਟੀ ਵਧੀਆ ਤਾਂ ਸ਼ੱਕਰ ਬਣਨੀ ਹੈ ਜੀ, ਨਹੀਂ ਫਿਰ ਸ਼ੱਕਰ ਨਹੀਂ ਬਣਦੀ ਹੈਗੀ। ਤੁਸੀਂ ਬੂਰ ਵਾਂਗ ਉਹ ਬਣਾਉਣੀ ਹੁੰਦੀ, ਉਹਦੇ ਲਈ ਕਿਵੇਂ ਉਹ ਪ੍ਰੋਸੈਸ ਕੀ ਹੈ ਜੀ? ਸਾਡੇ ਲਵੇ ਲੱਕੜ ਦੇ ਗਰਮਾਲੇ ਨੇ ਜੀ। ਅੱਛਾ ਜੀ। ਐਂਡ ਤੇ ਜਦੋਂ ਅਸੀਂ ਸ਼ੱਕਰ ਠੰਡੀ ਕਰ ਲਈ ਉਹਨੂੰ ਚੰਡਤਾ ਜੀ, ਚੰਡ ਕਹਿੰਦੇ ਨੇ, ਕਿਵੇਂ ਬੰਦੇ ਨੂੰ ਵੀ ਕਹਿੰਦੇ ਚੰਡਤਾ ਜੀ ਬੰਦਾ ਬਣ ਗਿਆ। ਚੰਡ ਲਾਤੇ। ਹਾਂਜੀ ਉਹ ਲਾਲੇ ਨੂੰ ਅਸੀਂ ਚੰਡ ਕੇ ਫਿਰ ਗਰਮਾਲੇ ਨੇ ਸਾਡੇ ਲਵੇ ਲੱਕੜ ਦੇ, ਤੇ ਉਹਦੇ ਨਾਲ ਮਲ ਕੇ ਸ਼ੱਕਰ ਬਣਾਉਣਾ ਜੀ ਅਸੀਂ। ਅੱਛਾ ਜੀ। ਹਾਂਜੀ ਅਸੀਂ ਕੋਈ ਮਸਾਲਾ ਕੈਮੀਕਲ ਨਹੀਂ ਵਰਤਦੇ ਵੀ ਉਹਦੇ ਨਾਲ ਬਰੀਕ ਬਣਾਤੀ ਜਾਂ ਝਾੜਤੀ। ਹਾਂਜੀ ਅਸੀਂ ਗਰਮਾਲੇ ਲੱਕੜ ਦੇ ਗਰਮਾਲੇ ਨਾਲ ਹੀ ਬਣ ਕੇ ਸ਼ੱਕਰ ਬਣਾਉਂਦੇ। 10 ਸਾਲ ਤੋਂ ਬਾਈ ਜੀ ਤੁਸੀਂ ਇਹ ਕੀਤਾ ਚੁਣਿਆ ਹੋਇਆ, ਔਰ ਇਹ ਹੈ ਕਿ 10 ਸਾਲ ਤੋਂ ਤੁਸੀਂ ਇਸ ਰਾਹ ਤੇ ਜਿਵੇਂ ਕਹਿੰਦੇ ਤਰੱਕੀਆਂ ਤੇ ਵੀ ਹੋ। ਹਾਂਜੀ। ਪ੍ਰੀਤ ਘੁਲਾੜ ਦਾ ਨਾਂ ਜੇ ਮੈਂ ਵੀ ਨਿੱਜੀ ਤੌਰ ਤੇ ਦੇਖਾਂ ਬਹੁਤ ਹੈਗਾ ਕਿ ਤੁਸੀਂ ਇੱਥੇ ਬਣ ਗਏ। ਬਾਈ ਜੀ ਪਿੰਡ ਦੇ ਵਿੱਚ ਵੀ ਕਿਸੇ ਨੇ ਇਸ ਰਾਹ ਪੈਣ ਬਾਰੇ ਸੋਚਿਆ ਜਾਂ ਤੁਹਾਡੇ ਸਲਾਹ ਲੈਣ ਦੀ ਸੋਚੀ? ਸਲਾਹ ਤਾਂ ਲੈਣੇ ਜੀ, ਕਈ ਦੇ ਘਲਾੜ ਅਸੀਂ ਲਵਾਏ ਵੀ ਨੇਗੇ। ਅੱਛਾ ਜੀ। ਤੇ ਉਹਨਾਂ ਨੂੰ ਗੰਨੇ ਦੀ ਵੀ ਅਸੀਂ ਸਪੋਰਟ ਫੁੱਲ ਕਰਦੇ ਹਾਂ, ਉਹਨਾਂ ਦੇ ਗੇੜੇ ਵੀ ਲਾਉਣੇ ਆਗੇ, ਗੰਨਾ ਵੀ ਦੰਨੇ ਅਸੀਂ ਖੁਦ। ਅੱਛਾ ਜੀ। ਤੇ ਜਦੋਂ ਗੰਨਾ ਸਾਡੇ ਲਈ ਫਾਲਤੂ ਨਾ ਉਹ ਦੰਨੇ ਆਗੇ ਗੰਨਾ। ਠੀਕ ਹੈ। ਤੇ ਪਰ ਉਹ ਮਿਹਨਤ ਨਹੀਂ ਕਰਦੇ ਜੀ, ਮਿਹਨਤ ਕਰਕੇ ਉਹਨਾਂ ਨੂੰ ਪਿੰਡ ਦੇ ਘਲਾੜ ਮੁਸ਼ਕਲ ਹੀ ਆ ਚਲਾਉਣਾ, ਬੰਦੇ ਹੋ ਜਾਂਦੇ ਨੇ ਜੀ। ਕੋਈ ਰਿਸ਼ਤੇਦਾਰ ਵੀ ਇਸ ਰਾਹ ਪਿਆ? ਰਿਸ਼ਤੇਦਾਰ ਸੋਚਦੇ ਤਾਂ ਹੈਗੇ, ਫਿਰ ਮਿਹਨਤ ਬਹੁਤ ਆ ਜੀ। ਸਾਨੂੰ ਵੀ ਕਹਿੰਦੇ ਵੀ ਤੁਸੀਂ ਖਪਦੇ ਬਹੁਤ ਹੋ, ਬਹੁਤ ਬਣਾਉਣੇ, ਪਰ ਜੇ ਨਾਮ ਚਮਕਾਉਣਾ ਫਿਰ ਤਾਂ ਖਪਣਾ ਤਾਂ ਪੈਣੀ ਹੈ ਜੀ। ਹਾਂਜੀ ਇਹ ਬਹੁਤ ਵੱਡੀ ਗੱਲ ਆ ਦੋਸਤੋ। ਅੱਛਾ ਇੱਕ ਤੁਸੀਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਵੇਂ ਆਪਾਂ ਗੱਲ ਕਰਦੇ ਹਾਂ ਕਿੱਤਿਆਂ ਦੀ ਗੱਲ ਕਰਦੇ ਹਾਂ, ਖਾਸ ਕਰਕੇ ਜ਼ਿਮੀਂਦਾਰ ਵਰਗ ਦੀ ਗੱਲ ਕਰਦੇ ਹਾਂ ਕਿ ਉਹ ਬਹੁਤ ਕਰਜ਼ਾਈ ਹੈ, ਕਿਉਂਕਿ ਉਹੀ ਫਸਲਾਂ ਬਦਲਾਵ ਦੋਸਤੋ ਜਿਹੜਾ ਵੀ ਜ਼ਿਮੀਂਦਾਰ ਲੈ ਕੇ ਆਉਂਦਾ, ਚਾਹੇ ਉਹ ਸਬਜ਼ੀ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਜਿਵੇਂ ਪ੍ਰੀਤ ਹੋਰਾਂ ਨੇ ਗੱਲ ਕੀਤੀ ਘੁਲਾੜ ਦੇ ਰੂਪ ਦੇ ਵਿੱਚ ਹੈ, ਉਹਨੂੰ ਤਰੱਕੀ ਤੇ ਉਹਦੀ ਆਮਦਨ ਦੇ ਵਿੱਚ ਵਾਧਾ ਹੋਇਆ ਹੀ ਹੋਇਆ। ਤੁਸੀਂ ਉਹ ਗੱਲ ਕਰ ਰਹੇ ਸੀ ਕਿ ਜਿਹੜੇ ਨੌਜਵਾਨ ਬਾਹਰ ਨੂੰ ਤੁਰ ਰਹੇ ਨੇ ਜਾਂ ਬਾਹਰ, ਉਹਨਾਂ ਲਈ ਵੀ ਗੱਲ ਜ਼ਰੂਰ ਛੱਡ। ਹਾਂਜੀ ਮੈਂ ਦੱਸਣਾ ਚਾਹੁੰਦਾ ਜੀ ਕਿਵੇਂ ਆਪਾਂ ਨੂੰ ਕੈਨੇਡਾ ਅਮਰੀਕਾ ਜਾਣ ਦੀ ਬਾਈ ਜੀ ਲੋੜ ਨਹੀਂ, ਕਿਵੇਂ ਹੁਣ 3 ਕੁਆਂਟਲ ਸਾਡੀ ਸੇਲ ਆ ਗਈ, ਜੇ ਸੁੱਧਤਾ ਆ ਗਈ ਅਸੀਂ ਸੁੱਧਤਾ ਵੇਚਦੇ, ਪੁੰਨ ਦਾ ਕੰਮ ਵੀ ਆਈ, ਇਨਕਮ ਵੀ ਆਪਣੀ ਵਧ ਗਈ। 3 ਕੁਆਂਟਲ ਨੂੰ ਲਾ ਲਓ ਜੀ 30,000 ਰੁਪਏ ਦੀ ਲਗਭਗ ਸਾਡੀ ਸੇਲ ਆ, ਕਿਵੇਂ 200 ਵੀ ਵਿਕ ਗਿਆ, ਕੋਈ 90 ਵਿਕ ਗਿਆ, ਕੋਈ 80। ਹਾਂਜੀ ਤੇ ਕੈਨੇਡਾ ਅਮਰੀਕਾ 'ਚ ਵੀ ਤੁਸੀਂ ਇੰਨਾ ਪੈਸਾ ਨਹੀਂ ਕਮਾ ਸਕਦੇ, ਪੈਸਾ ਤਾਂ ਪੰਜਾਬ 'ਚ ਹੀ ਬਹੁਤ ਹੈ ਜੀ, ਪਰ ਮਿਹਨਤ ਦੀ ਲੋੜ ਹੈ ਇੱਥੇ। ਹਾਂਜੀ ਬਿਲਕੁਲ। ਅੱਛਾ ਜਿਹੜਾ ਆਪਾਂ ਬਾਹਰ ਦੀ ਗੱਲ ਕਰੀਏ, ਕਰਨਾ ਉੱਥੇ ਵੀ ਹਾਰਡ ਵਰਕ ਹੀ ਪੈਂਦਾ, ਸਾਰਾ ਦਿਨ ਮਰਨਾ ਖਪਣਾ ਉਹਦੇ ਨਾਲ ਵਧੀਆ। ਖਾਸ ਕਰਕੇ ਜ਼ਿਮੀਂਦਾਰ ਵਰਗ ਦੀ ਕੁੜੀਆਂ ਜੇ ਮੁੰਡਿਆਂ ਦੀ ਗੱਲ ਕਰੀਏ, ਉਹ ਉਹਨਾਂ 'ਚ ਬਹੁਤ ਜ਼ਿਆਦਾ ਹੋੜ ਹੈ ਬਾਹਰ ਜਾਣ ਦੀ। ਹਾਂਜੀ ਉੱਥੇ ਹੀ ਆਪਾਂ ਕਿਸੇ ਦੇ ਨੀਚੇ ਕੰਮ ਕਰਾਂਗੇ, ਇੱਥੇ ਆਪਣਾ ਕੰਮ ਆਪਦੇ ਬੱਚਿਆਂ 'ਚ ਬੈਠੇ ਆ ਜੀ, ਔਰ ਤੇ ਆਪਣੇ ਭਾਈਚਾਰੇ 'ਚ ਬੈਠੇ ਆ। ਬਾਕੀ ਇਨਕਮ ਵਧੀਆ ਗਈ 5-6 ਮਹੀਨਿਆਂ ਦੀ ਬਹੁਤ ਵਧੀਆ ਇਨਕਮ ਹੋ ਜਾਂਦੀ ਹੈ ਜੀ। ਜਿਵੇਂ ਕਹਿੰਦੇ ਨੇ ਇੱਕ ਬਿਜ਼ਨਸ ਵੀ ਸੈਟਅਪ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਪਰਿਵਾਰ ਹੈ ਉਹ ਇਸੇ ਬਿਜ਼ਨਸ ਤੋਂ ਤੁਹਾਡੇ ਨਾਂ ਤੋਂ ਹੀ ਰੋਟੀ ਖਾ ਸਕਦਾ। ਹਾਂਜੀ ਬਾਈ ਜੀ ਹੋਰ ਕੋਈ ਗੱਲਬਾਤ ਜਿਹੜੀ ਮੇਰੇ ਤੋਂ ਸਵਾਲ ਦੇ ਰੂਪ ਵਿੱਚ ਰਹਿ ਗਈ ਹੋਵੇ ਤੁਸੀਂ ਕਰਨਾ ਚਾਹੁੰਦੇ ਹੋ? ਨਹੀਂ ਸਵਾਲ ਤਾਂ ਚਲੋ ਹੋ ਗਏ ਜੀ ਪੂਰੇ, ਬਾਕੀ ਕਿੱਥੋਂ ਵੀ ਗੁੜ ਲੈਣਾ ਥੋੜੀ ਸ਼ੁੱਧਤਾ ਬਾਰੇ ਪੁੱਛਣਾ ਲੈਣਾ ਚਾਹੀਦਾ ਜੀ ਆਪਾਂ ਨੂੰ। ਹਾਂਜੀ ਅੱਛਾ ਉਹ ਪਰਖ ਦੀ ਗੱਲ ਅਸੀਂ ਸ਼ਾਇਦ ਕਰਤੀ ਸੀਗੀ ਵੀ ਕੱਚ ਦੇ ਗਲਾਸ ਦੇ ਵਿੱਚ ਦੋਸਤੋ ਜੇ ਤੁਸੀਂ ਕੋਈ ਬਾਜ਼ਾਰ ਦਾ ਗੁੜ ਲੈਂਦੇ ਹੋ ਜਦੋਂ ਬਣਾ ਕੇ ਉਹਦੀ ਕੱਚ ਦੇ ਗਲਾਸ ਦੇ ਵਿੱਚ ਪਰਖ ਕਰ ਸਕਦੇ ਹੋ, ਜੇ ਨੀਚੇ ਗਾਦ ਰਹਿੰਦੀ ਹੈ ਤਾਂ ਉਹ ਸ਼ੁੱਧ ਨਹੀਂ ਹੈਗਾ, ਸ਼ੁੱਧ ਨਹੀਂ ਹੈਗਾ ਜੀ। ਜੇ ਉਹਦੇ ਵਿੱਚ ਗਾਦ ਨਹੀਂ ਹੈਗੀ ਤਾਂ ਉਹ ਸ਼ੁੱਧ ਹੈ। ਹਾਂਜੀ ਇੱਕ ਹਲਕੀ ਕਿਰਕਲ ਆਊਗੀ ਜਿਹੜੀ ਉਹ ਖੰਡ ਪਾਈ ਹੋਊ ਜੀ, ਮਿੱਟੀ ਖੰਡ ਕਹਿੰਦੇ ਆਪਾਂ, ਰਗਜੈਟ ਖੰਡ। ਅੱਛਾ ਜੀ। ਤੇ ਜੋ ਤੁਸੀਂ ਗੁੜ ਖਾ ਕੇ ਦੇਖੋਗੇ ਜਾਂ ਸ਼ੱਕਰ ਵੀ ਖਾਓਗੇ, ਤੁਹਾਡੇ ਦੰਦਾਂ ਨੂੰ ਕਿਰਕਲ ਲੱਗਣੀ ਹੈ ਜੀ ਉਹਦੀ। ਅੱਛਾ ਜੀ। ਹਾਂਜੀ ਉਹ ਬਸ ਮੰਨੋ ਵੀ ਉਹਦੇ ਵਿੱਚ ਮਿਲਾਵਟਾਂ ਹੈ। ਠੀਕ ਹੈ ਵੀਰ ਜੀ ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ, ਸਤਿ ਸ਼੍ਰੀ ਅਕਾਲ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ ਤੁਹਾਡੇ ਲਈ।